ਅਜੇ ਯੰਗ ਹੋ, ਉਮਰ ਵੀ ਘੱਟ ਹੈ ਤੇ ਜੇਕਰ ਕੋਈ ਕਵੇ ਕਿ ਰਿਟਾਇਰਮੈਂਟ ਪਲੈਨਿੰਗ ਸ਼ੁਰੂ ਕਰ ਲੈਣੀ ਚਾਹੀਦੀ ਹੈ ਤੇ ਹੋ ਸਕਦਾ ਹੈ ਜਵਾਬ ਇਹ ਮਿਲੇ, ਇੰਨੀ ਜਲਦੀ ਵੀ ਕੀ ਹੈ, ਅਜੇ ਤਾਂ ਸਮਾਂ ਬਹੁਤ ਪਿਆ ਹੈ। ਔਰ ਗੱਲ ਸਹੀ ਵੀ ਤਾਂ ਲੱਗਦੀ ਹੈ ਨਾ ਕਿ ਜੇਕਰ ਸਮਾਂ ਬਹੁਤ ਹੈ ਤਾਂ ਫਿਰ ਰਿਟਾਇਰਮੈਂਟ ਪਲੈਨਿੰਗ ਅੱਜ ਤੋਂ ਹੀ ਕਿਉਂ ਸ਼ੁਰੂ ਕਰ ਲਈ ਜਾਵੇ। ਇਹਨੂੰ ਤਾਂ ਅੱਗੇ ਵੀ ਟਾਲਿਆ ਜਾ ਸਕਦਾ ਹੈ। ਇਸ ਟਾਲ ਮਟੋਲ ਦੇ ਨਾਲ ਇੱਕ ਗੱਲ ਤਾਂ ਜ਼ਰੂਰ ਹੋਵੇਗੀ ਕਿ ਅੱਜ ਤਾਂ ਸਾਡੀ ਜੇਬ ਦੇ ਵਿੱਚ ਰਕਮ ਇਕੱਠੀ ਹੋ ਜਾਵੇਗੀ, ਪਰ ਉਹ ਸਮਾਂ ਜਦੋਂ ਅਸੀਂ ਰਿਟਾਇਰਮੈਂਟ ਦੇ ਨੇੜੇ ਹੋਵਾਂਗੇ ਜਾਂ ਰਿਟਾਇਰਮੈਂਟ ਲੈ ਲਵਾਂਗੇ ਤਾਂ ਉਸ ਵੇਲੇ ਹੋ ਸਕਦਾ ਹੈ ਸਾਨੂੰ ਸਿਰਫ ਸਰਕਾਰੀ ਪੈਨਸ਼ਨ ਦੇ ਉੱਤੇ ਹੀ ਗੁਜ਼ਾਰਾ ਕਰਨਾ ਪਵੇ। ਔਰ ਸਰਕਾਰ ਕਿੰਨੀ ਪੈਨਸ਼ਨ ਦਿੰਦੀ ਹੈ, ਇਸ ਬਾਰੇ ਤੁਸੀਂ ਮੇਰੇ ਪਿਛਲੇ ਐਪੀਸੋਡਸ ਨੂੰ ਦੇਖ ਕੇ ਜਾਣਕਾਰੀ ਲੈ ਸਕਦੇ ਹੋ। ਖੈਰ, ਜੇਕਰ ਗੱਲ ਮੁਕਾਣੀ ਹੋਵੇ ਤਾਂ ਇਹ ਗੱਲ ਕਹਿਣਾ ਗਲਤ ਨਹੀਂ ਹੋਵੇਗਾ ਕਿ ਤੁਹਾਨੂੰ ਆਪਣੀ ਰਿਟਾਇਰਮੈਂਟ ਪਲੈਨਿੰਗ ਤਦ ਹੀ ਸ਼ੁਰੂ ਕਰ ਦੇਣੀ ਚਾਹੀਦੀ ਹੈ ਜਦੋਂ ਤੁਸੀਂ ਕੰਮ ਕਰਨਾ ਸ਼ੁਰੂ ਕਰਦੇ ਹੋ। ਆਪਣੇ ਰੂਲ ਆਫ 72 ਵਾਲੇ ਐਪੀਸੋਡ ਦੇ ਵਿੱਚ ਮੈਂ ਜ਼ਿਕਰ ਕੀਤਾ ਸੀ ਕਿ ਤੁਹਾਡੀ ਇਨਵੈਸਟਮੈਂਟ ਨੂੰ ਜਿੰਨਾ ਜ਼ਿਆਦਾ ਸਮਾਂ ਮਿਲੇਗਾ ਉਨੀ ਹੀ ਜਲਦੀ ਔਰ ਉਨੀ ਹੀ ਜ਼ਿਆਦਾ ਉਹ ਗਰੋ ਕਰੇਗੀ। ਹੁਣ ਚਾਹੇ ਤੁਸੀਂ ਆਪਣੀ ਇਨਵੈਸਟਮੈਂਟ ਸਟਾਕ ਮਾਰਕੀਟ 'ਚ ਕਰੋ, ਰੀਅਲ ਐਸਟੇਟ ਦੇ ਵਿੱਚ ਕਰੋ, 골ਡ ਜਾਂ ਸਿਲਵਰ ਜਾਂ ਕਿਸੇ ਹੋਰ ਚੀਜ਼ ਦੇ ਵਿੱਚ ਵੀ ਕਰੋ, ਉਸ ਨੂੰ ਸਮਾਂ ਚਾਹੀਦਾ ਹੈ ਗਰੋ ਕਰਨ ਲਈ। ਪਰ ਹੁਣ ਜੇਕਰ ਅਜਿਹੀ ਇਨਵੈਸਟਮੈਂਟ ਦੀ ਡਿਸਕਸ਼ਨ ਕਰੀਏ ਜਿਸ ਦੇ ਵਿੱਚ ਇਨਵੈਸਟ ਕਰਨ ਦੇ ਉੱਤੇ ਨਾ ਸਿਰਫ ਤੁਹਾਨੂੰ ਟੈਕਸ ਦੀ ਛੋਟ ਮਿਲਦੀ ਹੈ ਬਲਕਿ ਤੁਹਾਡੀ ਰਕਮ ਟੈਕਸ ਫ੍ਰੀ ਗਰੋ ਵੀ ਹੁੰਦੀ ਹੈ। ਮੇਰੇ ਮੁਰਾਦ ਹੈ RRSP ਯਾਨੀ ਕਿ ਰਜਿਸਟਰਡ ਰਿਟਾਇਰਮੈਂਟ ਸੇਵਿੰਗਸ ਪਲਾਨ। ਇੱਕ ਅਜਿਹਾ ਪਲਾਨ ਜਿਸ ਦੇ ਵਿੱਚ ਤੁਹਾਨੂੰ ਟੈਕਸ ਦੀ ਛੋਟ ਤੇ ਟੈਕਸ ਫ੍ਰੀ ਗਰੋਥ ਦੀ ਫੈਸਿਲਿਟੀ ਮਿਲਦੀ ਹੈ। ਤੇ ਇਸ ਤੋਂ ਪਹਿਲਾਂ ਕਿ ਅਸੀਂ ਇਸ RRSP ਦੇ ਬਾਰੇ ਗੱਲਬਾਤ ਸ਼ੁਰੂ ਕਰੀਏ, ਇੱਕ ਰਿਕੁਐਸਟ ਹੈ ਕਿ ਜੇਕਰ ਹੁਣ ਤੱਕ ਤੁਸੀਂ ਸਾਡਾ ਚੈਨਲ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਨਹੀਂ ਕੀਤਾ, ਜਲਦੀ ਨਾਲ ਸਾਡਾ ਚੈਨਲ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਕਰ ਦਿਓ ਤਾਂ ਕਿ ਹਰ ਹਫਤੇ ਤੁਹਾਡੇ ਲੈ ਕੇ ਆਈਏ ਇੰਸ਼ੋਰੈਂਸ ਤੇ ਇਨਵੈਸਟਮੈਂਟ ਦਾ ਕੋਈ ਨਵਾਂ ਫੰਡਾ ਐਵਰੀ ਮੰਡੇ ਸਿੰਘ ਦੇ ਫੰਡੇ ਤੇ। ਟੈਕਸ ਬਚਾਉਣਾ ਤੇ ਟੈਕਸ ਫ੍ਰੀ ਗਰੋਥ ਕੌਣ ਛੱਡਣਾ ਚਾਹੇਗਾ। ਹੁਣ ਤੁਹਾਡੀ ਰਕਮ ਇਨਵੈਸਟ ਹੋ ਰਹੀ ਹੋਵੇ, ਗਰੋ ਕਰ ਰਹੀ ਹੋਵੇ, ਪਹਿਲਾਂ ਵੀ ਟੈਕਸ ਬਚਾ ਲਿਆ ਔਰ ਗਰੋਥ ਤੇ ਵੀ ਕੋਈ ਟੈਕਸ ਨਹੀਂ ਹੈ ਤਾਂ ਸੋਨੇ ਤੇ ਸੁਹਾਗਾ, ਹੁਣ ਇਸ ਨੂੰ ਕੋਈ ਵੀ ਨਹੀਂ ਛੱਡਣਾ ਚਾਹੇਗਾ। ਲੇਕਿਨ ਪੋਸੀਬਲ ਕਿਵੇਂ ਹੋਏਗਾ? RRSP ਅਕਾਊਂਟ ਖੁਲਵਾ ਕੇ ਤੇ ਉਸ ਦੇ ਵਿੱਚ ਇਨਵੈਸਟ ਕਰਕੇ। ਆਮ ਤੌਰ ਤੇ RRSP ਦੇ ਨਾਮ ਨੂੰ ਲੈ ਕੇ ਕੁਝ ਕਨਫਿਊਜ਼ਨਸ ਹੁੰਦੀਆਂ ਨੇ, ਜਿਵੇਂ ਕਿ ਇਸ ਨੂੰ ਰਜਿਸਟਰਡ ਰਿਟਾਇਰਮੈਂਟ ਸੇਵਿੰਗਸ ਪਲਾਨ ਕਹਿੰਦੇ ਨੇ, ਜਦਕਿ ਇਹ ਇੱਕ ਸੇਵਿੰਗ ਅਕਾਊਂਟ ਤੋਂ ਬਿਲਕੁਲ ਹੀ ਡਿਫਰੈਂਟ ਹੈ। RRSP ਅਕਾਊਂਟ ਦਾ ਤਦ ਹੀ ਜ਼ਿਆਦਾ ਫਾਇਦਾ ਲਿਆ ਜਾ ਸਕਦਾ ਹੈ ਅਗਰ ਤੁਸੀਂ ਇਸ ਦੀ ਵਿਚਲੀ ਰਕਮ ਨੂੰ ਕਿਤੇ ਇਨਵੈਸਟ ਕਰਦੇ ਹੋ, ਨਹੀਂ ਤਾਂ ਫਿਰ ਸਿਵਾਏ ਟੈਕਸ ਬਚਾਉਣ ਦੇ ਇਸ RRSP ਅਕਾਊਂਟ ਦਾ ਕੋਈ ਜ਼ਿਆਦਾ ਵੱਡਾ ਫਾਇਦਾ ਨਹੀਂ ਬਚਦਾ। ਹੁਣ ਚਾਹੇ ਤੁਸੀਂ ਆਪਣੀ ਇਨਵੈਸਟਮੈਂਟਸ ਸਟਾਕ, ਬੌਂਡਸ, GICs, ਮਿਊਚੁਅਲ ਫੰਡਸ, ਕੈਸ਼, 골ਡ ਕਿਸੇ ਜਗ੍ਹਾ ਵੀ ਰੱਖੋ, ਅਗਰ ਉਹ ਇਨਵੈਸਟਮੈਂਟ RRSP ਦੇ ਵਿੱਚ ਪਈਆਂ ਰਹਿੰਦੀਆਂ ਨੇ, ਚਾਹੇ ਉਹ ਜਿੰਨੀਆਂ ਮਰਜ਼ੀ ਗਰੋ ਹੋ ਜਾਣ, ਉਹਨਾਂ ਦੇ ਉੱਤੇ ਕੋਈ ਵੀ ਟੈਕਸ ਨਹੀਂ ਲੱਗੇਗਾ। ਚਲੋ ਪਹਿਲਾਂ ਸਮਝਦੇ ਹਾਂ ਕਿ RRSP ਹੁੰਦੀ ਕੀ ਹੈ ਤੇ RRSP ਕੰਮ ਕਿਵੇਂ ਕਰਦੀ ਹੈ। RRSP ਯਾਨੀ ਕਿ ਰਜਿਸਟਰਡ ਰਿਟਾਇਰਮੈਂਟ ਸੇਵਿੰਗਸ ਪਲਾਨ। ਸਾਲ 1957 ਤੋਂ ਪਹਿਲਾਂ ਜ਼ਿਆਦਾਤਰ ਪ੍ਰਾਈਵੇਟ ਕੰਪਨੀਆਂ ਪੈਨਸ਼ਨ ਨੂੰ ਕੰਟਰੋਲ ਕਰਦੀਆਂ ਸੀ ਤੇ ਜੇਕਰ ਕੋਈ ਪੈਨਸ਼ਨ ਮਿਲਦੀ ਸੀ ਤਾਂ ਉਹ ਸੀ OAS ਯਾਨੀ ਕਿ 올ਡ ਏਜ ਸਿਕਿਉਰਿਟੀ, ਔਰ CPP ਤਾਂ ਉਸ ਵੇਲੇ ਹੁੰਦੀ ਹੀ ਨਹੀਂ ਸੀ। ਇਸ ਲਈ ਹੀ ਇਸ RRSP ਦੀ ਸ਼ੁਰੂਆਤ ਕੀਤੀ ਗਈ ਤਾਂ ਕਿ ਕੈਨੇਡੀਅਨਸ ਆਪਣੀ ਪੈਨਸ਼ਨ ਦੇ ਲਈ ਜੋੜਨਾ ਸ਼ੁਰੂ ਕਰ ਲੈਣ ਜਾਂ ਉਹਨਾਂ ਆਪਣੀ ਪੈਨਸ਼ਨ ਲਈ ਪਲਾਨ ਕਰਨਾ ਸ਼ੁਰੂ ਕਰ ਦੇਣ। ਸ਼ੁਰੂਆਤੀ ਦੌਰ ਦੇ ਵਿੱਚ RRSP ਦੇ ਵਿੱਚ $2500 ਜਾਂ ਆਪਣੀ ਰਕਮ ਦਾ 10% ਤੱਕ ਜਮ੍ਹਾਂ ਕਰਵਾਇਆ ਜਾ ਸਕਦਾ ਸੀ, ਜੋ ਕਿ ਹੁਣ ਵੱਧ ਕੇ 18% ਸਾਡੇ ਪਿਛਲੇ ਸਾਲ ਦੀ ਇਨਕਮ ਦਾ ਹੋ ਗਿਆ ਹੈ। ਯਾਨੀ ਕਿ ਜੇਕਰ ਅੱਜ ਤੁਸੀਂ RRSP ਖੁਲਵਾਉਂਦੇ ਹੋ ਤਾਂ ਆਪਣੇ ਪਿਛਲੇ ਸਾਲ ਦੀ ਇਨਕਮ ਦਾ 18% ਤੱਕ ਤੁਸੀਂ ਉਸ ਦੇ ਵਿੱਚ ਜਮ੍ਹਾਂ ਕਰਵਾ ਸਕਦੇ ਹੋ ਔਰ ਉਹ ਵੀ ਟੈਕਸ ਫ੍ਰੀ। RRSP ਯਾਨੀ ਕਿ ਰਜਿਸਟਰਡ ਰਿਟਾਇਰਮੈਂਟ ਸੇਵਿੰਗਸ ਪਲਾਨ ਵਿੱਚ ਇਨਵੈਸਟ ਕਰਨ ਲਈ ਕੋਈ ਮਿਨੀਮਮ ਏਜ ਨਹੀਂ ਹੈ, ਪਰ ਹਾਂ ਇਸ ਲਈ ਤੁਹਾਡੀ ਆਮਦਨ ਜਾਂ ਪਿਛਲੇ ਸਾਲ ਦੀ ਟੈਕਸ ਰਿਟਰਨ ਫਾਈਲ ਕਰਵਾਉਣੀ ਜ਼ਰੂਰੀ ਹੈ। ਲੇਕਿਨ RRSP ਦੇ ਵਿੱਚ ਰਕਮ 71 ਸਾਲ ਦੀ ਉਮਰ ਤੱਕ ਹੀ ਜਮ੍ਹਾਂ ਕਰਵਾਈ ਜਾ ਸਕਦੀ ਹੈ ਔਰ 71 ਸਾਲ ਤੋਂ ਬਾਅਦ ਤੁਹਾਨੂੰ ਇਹ RRSP ਦੇ ਵਿੱਚੋਂ ਰਕਮ ਵਿਡਰਾਅ ਕਰਵਾਉਣੀ ਹੀ ਪਵੇਗੀ। ਹੁਣ RRSP ਦੀ ਜਿਹੜੀ ਕੰਟਰੀਬਿਊਸ਼ਨ ਹੈ ਇਹ ਜੋ ਕਿਸ ਹਿਸਾਬ ਨਾਲ ਹੁੰਦੀ ਹੈ ਉਸ ਨੂੰ ਅਸੀਂ ਕੰਟਰੀਬਿਊਸ਼ਨ ਰੂਮ ਕਹਿੰਦੇ ਹਾਂ। ਹਰ ਸਾਲ ਸਾਡੀ ਕਮਾਈ ਗਈ ਰਕਮ ਦਾ 18% ਇਸ ਕੰਟਰੀਬਿਊਸ਼ਨ ਰੂਮ ਨੂੰ ਨਿਰਧਾਰਿਤ ਕਰਦਾ ਹੈ। ਯਾਨੀ ਕਿ ਪਿਛਲੇ ਸਾਲ ਕਮਾਈ ਗਈ ਰਕਮ ਦਾ 18% ਅਸੀਂ ਅਗਲੇ ਸਾਲ RRSP ਦੇ ਵਿੱਚ ਕੰਟਰੀਬਿਊਟ ਕਰ ਸਕਦੇ ਹਾਂ ਔਰ ਅਗਰ ਇਹ ਕੰਟਰੀਬਿਊਸ਼ਨ ਅਸੀਂ ਨਹੀਂ ਇਸਤੇਮਾਲ ਕਰਦੇ ਤੇ ਇਹ ਅਗਲੇ ਸਾਲਾਂ ਦੇ ਵਿੱਚ ਜੁੜਦੀ ਜਾਂਦੀ ਹੈ। ਅਸੀਂ TFSA ਦੇ ਐਪੀਸੋਡ ਦੇ ਵਿੱਚ ਜ਼ਿਕਰ ਕੀਤਾ ਸੀ ਕੰਟਰੀਬਿਊਸ਼ਨ ਰੂਮ ਬਾਰੇ ਕਿ TFSA ਦੇ ਵਿੱਚੋਂ ਅਗਰ ਅਸੀਂ ਰਕਮ ਵਿਡਰਾਅ ਕਰਵਾ ਲੈਂਦੇ ਹਾਂ ਤੇ ਉਹ ਵਿਡਰਾਅ ਕੀਤੀ ਹੋਈ ਰਕਮ ਅਗਲੇ ਸਾਲ
ਸਾਡੇ TFSA ਦੇ ਕੰਟਰੀਬਿਊਸ਼ਨ ਰੂਮ ਵਿੱਚ ਜੁੜ ਜਾਂਦੀ ਹੈ, ਪਰ RRSP ਦੇ ਮਾਮਲੇ ਵਿੱਚ ਅਜਿਹਾ ਨਹੀਂ ਹੁੰਦਾ। ਸੋ ਕੰਟਰੀਬਿਊਸ਼ਨ ਰੂਮ ਦਾ ਫੰਡਾ TFSA ਤੇ RRSP ਦੇ ਵਿੱਚ ਅਲੱਗ-ਅਲੱਗ ਤਰੀਕੇ ਨਾਲ ਕੰਮ ਕਰਦਾ ਹੈ। TFSA ਵਿੱਚੋਂ ਉਹ ਕਢਵਾਈ ਗਈ ਰਕਮ ਅਗਲੇ ਸਾਲ ਕੰਟਰੀਬਿਊਸ਼ਨ ਰੂਮ ਦੇ ਨਾਲ ਜੁੜ ਕੇ ਕੰਟਰੀਬਿਊਸ਼ਨ ਰੂਮ ਵਧਾ ਦਿੰਦੀ ਹੈ, ਪਰ RRSP ਦੇ ਮਾਮਲੇ ਦੇ ਵਿੱਚ ਕੰਟਰੀਬਿਊਸ਼ਨ ਰੂਮ ਚੋਂ ਕੱਢੀ ਗਈ ਰਕਮ ਕੰਟਰੀਬਿਊਸ਼ਨ ਰੂਮ ਨੂੰ ਖਤਮ ਕਰ ਦਿੰਦੀ ਹੈ। ਵੈਸੇ ਤਾਂ RRSP ਦੇ ਵਿੱਚ ਸਾਰੇ ਸਾਲ ਦੇ ਵਿੱਚ ਜਦੋਂ ਮਰਜ਼ੀ ਰਕਮ ਜਮ੍ਹਾਂ ਕਰਵਾਈ ਜਾ ਸਕਦੀ ਹੈ, ਪਰ ਅਕਸਰ ਲੋਕ ਇਹਨੂੰ ਆਪਣੇ ਟੈਕਸ ਵਾਲੇ ਮਹੀਨਿਆਂ ਦੇ ਤੱਕ ਇਹਨੂੰ ਟਾਲ ਦਿੰਦੇ ਨੇ। ਜੇਕਰ ਅਸੀਂ ਆਪਣੇ ਪਿਛਲੇ ਸਾਲ ਕਮਾਈ ਗਈ ਆਮਦਨ ਦੇ ਉੱਤੇ ਟੈਕਸੀ ਛੋਟ ਲੈਣਾ ਚਾਹੁੰਦੇ ਹਾਂ ਔਰ RRSP ਦੇ ਵਿੱਚ ਜਮ੍ਹਾਂ ਕਰਵਾਉਣਾ ਚਾਹੁੰਦੇ ਹਾਂ, ਤਾਂ ਇਸ ਸਾਲ ਦੇ ਖਤਮ ਹੋਣ ਤੋਂ ਅਗਲੇ 60 ਦਿਨਾਂ ਤੱਕ ਅਸੀਂ RRSP ਦੇ ਵਿੱਚ ਕੰਟਰੀਬਿਊਟ ਕਰ ਸਕਦੇ ਹਾਂ ਔਰ ਪਿਛਲੇ ਸਾਲ ਕਮਾਈ ਗਈ ਆਮਦਨ ਦੇ ਉੱਤੇ ਟੈਕਸੀ ਛੋਟ ਲੈ ਸਕਦੇ ਹਾਂ। ਇਸ ਲਈ ਅਕਸਰ RRSP ਦੇ ਵਿੱਚ ਰਕਮ ਜਮ੍ਹਾਂ ਕਰਾਉਣ ਦੀ ਆਖਰੀ ਤਰੀਕ 1 ਮਾਰਚ ਹੁੰਦੀ ਹੈ ਔਰ ਜੇਕਰ ਲੀਪ ਈਅਰ ਹੋਵੇ ਤਾਂ ਫਿਰ ਇਹ 29 ਫਰਵਰੀ ਹੁੰਦੀ ਹੈ। ਕੁਝ ਲੋਕ ਗਰੁੱਪ RRSP ਦਾ ਵੀ ਹਿੱਸਾ ਹੁੰਦੇ ਨੇ, ਜਿਵੇਂ ਕਿ ਕੁਝ ਇੰਪਲੋਇਰਸ, ਯੂਨੀਅਨਸ ਜਾਂ ਫਿਰ ਪ੍ਰੋਫੈਸ਼ਨਲ ਐਸੋਸੀਏਸ਼ਨਸ ਵੀ ਇਹਨਾਂ ਗਰੁੱਪ RRSPs ਨੂੰ ਸਪਾਂਸਰ ਕਰਦੀਆਂ ਨੇ। ਕਈ ਵਾਰ ਤੁਸੀਂ ਵੇਖਿਆ ਹੋਵੇਗਾ ਕਿ ਤੁਹਾਡਾ ਇੰਪਲੋਇਰ ਕੰਟਰੀਬਿਊਟਰੀ RRSP ਦੀ ਤੁਹਾਨੂੰ ਇੱਕ ਸਹੂਲਤ ਦਿੰਦਾ ਹੈ, ਜਿਵੇਂ ਕਿ ਮੰਨ ਲਓ ਤੁਸੀਂ 3% ਕੰਟਰੀਬਿਊਟ ਕਰਦੇ ਹੋ RRSP ਦੀ ਤੇ ਤੁਹਾਡਾ ਇੰਪਲੋਇਰ ਵੀ 3% ਮੈਚ ਕਰਦਾ ਹੈ ਉਸ RRSP ਦੀ, ਯਾਨੀ ਕਿ RRSP ਦੇ ਵਿੱਚ ਤੁਹਾਡੀ ਕੰਟਰੀਬਿਊਸ਼ਨ 6% ਹੋ ਜਾਂਦੀ ਹੈ। ਹੁਣ ਇੱਥੇ ਇੱਕ ਗੱਲ ਧਿਆਨ ਰੱਖਣ ਵਾਲੀ ਹੁੰਦੀ ਹੈ ਕਿ ਤੁਹਾਨੂੰ RRSP ਦੇ ਵਿੱਚ ਕੰਟਰੀਬਿਊਸ਼ਨ ਦੀ ਲਿਮਿਟ 18% ਹੁੰਦੀ ਹੈ ਪਿਛਲੇ ਸਾਲ ਦੀ ਕਮਾਈ ਦੀ, ਔਰ ਜੇਕਰ ਇਹ 6% ਤੁਹਾਡਾ ਇੰਪਲੋਇਰ ਤੁਹਾਡੀ ਕੰਟਰੀਬਿਊਸ਼ਨ ਵਿੱਚੋਂ ਆ ਰਿਹਾ ਹੈ ਤਾਂ ਫਿਰ ਤੁਹਾਡੀ ਬਚਦੀ ਕੰਟਰੀਬਿਊਸ਼ਨ 12% ਰਹਿ ਜਾਂਦੀ ਹੈ। ਜੇਕਰ ਇਸ ਗੱਲ ਦਾ ਧਿਆਨ ਨਾ ਰੱਖਿਆ ਜਾਵੇ ਤਾਂ ਅਕਸਰ ਓਵਰ ਕੰਟਰੀਬਿਊਸ਼ਨ ਹੋਣ ਦਾ ਖਤਰਾ ਵੱਧ ਜਾਂਦਾ ਹੈ। ਕਿਉਂਕਿ ਇੱਕ ਰਜਿਸਟਰਡ ਸੇਵਿੰਗ ਪਲਾਨ ਹੈ, ਇਸ ਕਰਕੇ ਇਸ ਤੇ ਕੁਝ ਸ਼ਰਤਾਂ ਲਾਗੂ ਹੁੰਦੀਆਂ ਨੇ ਇਸ ਵਿੱਚ ਕੰਟਰੀਬਿਊਟ ਕਰਨ ਦੀਆਂ, ਤੇ ਜੇਕਰ ਤੁਸੀਂ ਓਵਰ ਕੰਟਰੀਬਿਊਟ ਕਰ ਦਿੰਦੇ ਹੋ ਤਾਂ ਫਿਰ ਇਸ ਓਵਰ ਕੰਟਰੀਬਿਊਸ਼ਨ ਦੇ ਉੱਤੇ ਪੈਨਲਟੀ ਲੱਗ ਜਾਂਦੀ ਹੈ। ਪਰ ਹਾਂ, ਤੁਹਾਨੂੰ $2000 ਤੱਕ ਓਵਰ ਕੰਟਰੀਬਿਊਟ ਕਰਨ ਦੀ ਇਜਾਜ਼ਤ ਹੈ, ਲੇਕਿਨ ਅਗਰ ਤੁਸੀਂ ਇਹ ਕੰਟਰੀਬਿਊਸ਼ਨ ਇਸ ਤੋਂ ਜ਼ਿਆਦਾ ਕਰਦੇ ਹੋ ਤਾਂ ਫਿਰ ਹਰ ਮਹੀਨੇ 1% ਦੇ ਹਿਸਾਬ ਦੇ ਨਾਲ ਤੁਹਾਨੂੰ ਪੈਨਲਟੀ ਲੱਗਣੀ ਸ਼ੁਰੂ ਹੋ ਜਾਵੇਗੀ, ਜਦ ਤੱਕ ਤੁਸੀਂ ਉਸ ਰਕਮ ਨੂੰ ਉਸ ਅਕਾਊਂਟ ਵਿੱਚੋਂ ਵਿਡਰਾ ਨਹੀਂ ਕਰ ਲੈਂਦੇ। ਫਰੈਂਡਸ, ਇਹ ਤਾਂ ਸਿਰਫ ਸ਼ੁਰੂਆਤ ਹੈ RRSP ਦੇ ਬਾਰੇ। RRSP ਯਾਨੀ ਕਿ ਰਜਿਸਟਰਡ ਰਿਟਾਇਰਮੈਂਟ ਸੇਵਿੰਗ ਪਲਾਨ ਇੱਕ ਬਹੁਤ ਹੀ ਨਾਯਾਬ ਇਨਵੈਸਟਮੈਂਟ ਕਰਨ ਦੀ ਆਪਸ਼ਨ, ਜਿਸ ਦੇ ਵਿੱਚ ਤੁਸੀਂ ਟੈਕਸ ਬਚਾਉਣ ਦੇ ਨਾਲ ਟੈਕਸ ਫ੍ਰੀ ਗਰੋਥ ਵੀ ਲੈ ਸਕਦੇ ਹੋ। ਔਰ ਬਹੁਤ ਜ਼ਰੂਰੀ ਹੈ ਇਸ ਪਲਾਨ ਨੂੰ ਬੜੀ ਬਰੀਕੀ ਨਾਲ ਸਮਝਣਾ। ਅਸੀਂ ਆਉਣ ਵਾਲੇ ਐਪੀਸੋਡਸ ਦੇ ਵਿੱਚ RRSP ਦੇ ਹਰ ਐਸਪੈਕਟ ਉੱਤੇ ਗੱਲ ਕਰਾਂਗੇ ਕਿ RRSP ਦੇ ਵਿੱਚ ਕੰਟਰੀਬਿਊਸ਼ਨ ਕਿਵੇਂ ਹੁੰਦੀ ਹੈ, RRSP ਦੇ ਵਿੱਚ ਵਿਡਰਾਵਲ ਕਿਵੇਂ ਹੁੰਦਾ ਹੈ, RRSP ਦਾ ਜੇਕਰ ਟੈਕਸ ਅੱਜ ਬਚ ਜਾਂਦਾ ਹੈ ਤਾਂ ਕੀ RRSP ਦੇ ਵਿੱਚ ਆਉਣ ਵਾਲੇ ਟਾਈਮ ਤੇ ਟੈਕਸ ਦੇਣਾ ਵੀ ਪਵੇਗਾ, ਸਪਾਊਜ਼ਲ RRSP ਕੀ ਹੁੰਦੀ ਹੈ, ਕਿਸ ਤਰੀਕੇ ਨਾਲ RRSP ਨੂੰ ਅਸੀਂ ਟੈਕਸ ਐਫੀਸ਼ੀਐਂਟਲੀ ਇਸਤੇਮਾਲ ਕਰ ਸਕਦੇ ਹਾਂ ਔਰ ਆਪਣੀ ਫਾਈਨੈਂਸ਼ੀਅਲ ਪਲੈਨਿੰਗ ਦਾ ਇੱਕ ਬਹੁਤ ਅਹਿਮ ਹਿੱਸਾ ਬਣਾ ਸਕਦੇ ਹਾਂ। ਤੇ ਜੇਕਰ ਤੁਸੀਂ ਜਾਣਨਾ ਚਾਹੁੰਦੇ ਹੋ ਇਹ ਸਾਰੀ ਜਾਣਕਾਰੀ ਤਾਂ ਜੁੜਨਾ ਪਵੇਗਾ ਸਾਡੇ ਇਸ ਚੈਨਲ ਦੇ ਨਾਲ, ਇਸ ਨੂੰ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਕਰਕੇ। ਤੇ ਜੇਕਰ ਹੁਣ ਤੱਕ ਤੁਸੀਂ ਸਾਡਾ ਇਹ ਚੈਨਲ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਲਦੀ ਨਾਲ ਸਾਡਾ ਇਹ ਚੈਨਲ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਓ, ਨਹੀਂ ਤਾਂ ਫਿਰ ਐਵਰੀ ਮੰਡੇ you will miss Sing de Funday.